ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ। ਲੋਹ ਪਿੰਜਰੇ ਮਹਿ ਗੁਰੂ, ਨਮੋ ਕਰੀ ਸਿੱਖ ਦੇਖ। ਐਸ ਗੁਰ ਸਿੱਖ ਨੇ ਸਤਿਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਦੇ ਵਿੱਚ ਬੈਠਿਆ ਹੋਇਆ ਦੇ ਕਰਕੇ ਦੂਰੋਂ ਹੀ ਆਪਣਾ ਸੀਸ ਚੁਕਾ ਦਿੱਤਾ ਸੀ। ਮੁਚਿਓ ਬਿਲੋਚਨ ਜਲ ਤਬੈ, ਸੰਕਟ ਹਿਰਦੈ ਬਿਸ਼ੇਖ। ਦੀਦਾਰ ਕਰਨ ਦੇ ਨਾਲ ਇਹਦੇ ਮਨ ਦੇ ਅੰਦਰ ਬੜਾ ਬੈਰਾਗ ਪੈਦਾ ਹੋ ਗਿਆ ਵੀ ਦੇਖੋ ਇੱਥੇ ਤਾਂ ਹੁਣ ਸਤਿਗੁਰੂ ਜੀ ਬਹੁਤ ਸੁਨਹਿਰੀ ਰੰਗ ਦੇ ਸਿੰਘਾਸਣ ਦੇ ਉੱਪਰ ਬੈਠਿਆ ਕਰਦੇ ਸੀ ਤੇ ਅੱਜ ਆ ਜ਼ਾਲਮ ਪਾਪੀ ਬਾਦਸ਼ਾਹ ਨੇ ਮਹਾਰਾਜ ਨੂੰ ਕਿਵੇਂ ਲੋਹੇ ਦੇ ਪਿੰਜਰੇ ਦੇ ਅੰਦਰ ਬੰਦ ਕਰਕੇ ਬਿਠਾਇਆ ਹੋਇਆ। ਮਨ ਦੇ ਅੰਦਰ ਬੜਾ ਕਸ਼ਟ, ਬੜੀ ਇਹਦੇ ਪੀੜਾ ਪੈਦਾ ਹੋਣ ਲੱਗ ਪਈ ਹੈ। ਚੌਪਈ ਹਾਥ ਜੋਰ ਸਭ ਅਰਜ ਗੁਜਾਰੀ। ਉਸ ਵਕਤ ਇਹਨੇ ਦੋਵੇਂ ਹੱਥ ਜੋੜ ਕਰਕੇ ਮਹਾਰਾਜ ਦੇ ਅੱਗੇ ਆਪਣੇ ਵੱਲੋਂ ਅਰਜ ਕਰ ਦਿੱਤੀ ਹੈ। ਆਏ ਸਮਾਨ ਕੁਟੰਬ ਤੁਮਾਰੀ। ਸੱਚੇ ਪਾਤਸ਼ਾਹ, ਮੈਂ ਤਾਂ ਆਪ ਦੇ ਪਰਿਵਾਰ ਦੀ ਨਾ ਆਗਿਆ ਮੰਨਦਿਆਂ ਹੋਇਆਂ ਇੱਥੇ ਦਿੱਲੀ ਸ਼ਹਿਰ ਦੇ ਵਿੱਚ ਆ ਕਰਕੇ ਦਰਸ਼ਨ ਕੀਤੇ ਹਨ। ਤਜ ਲਖਨੌਰ ਆਨੰਦਪੁਰ ਗਏ। ਆਪ ਜੀ ਦਾ ਜਿਹੜਾ ਸਾਰਾ ਹੀ ਪਰਿਵਾਰ ਲਖਨੌਰ ਨਗਰ ਤੋਂ ਚੱਲ ਕਰਕੇ ਉਹ ਆਨੰਦਪੁਰ ਦੇ ਵਿੱਚ ਪਹੁੰਚ ਗਏ ਹਨ। ਬ੍ਰਿਧ ਮਾਤਾ ਕੋ ਸੰਕਟ ਭਏ। ਆਪ ਦੀ ਇਹ ਖਬਰ ਸੁਣਨ ਦੇ ਨਾਲ ਹੀ ਬਿਰਧ ਮਾਤਾ ਨਾਨਕੀ ਜੀ ਦੇ ਮਨ ਦੇ ਅੰਦਰ ਤਾਂ ਬੜੀ ਤਕਲੀਫ ਤਾਂ ਬੜਾ ਦੁੱਖ ਪੈਦਾ ਹੋਣ ਲੱਗ ਪਿਆ ਹੈ। ਬਾਰ ਬਾਰ ਲੈ ਸਵਾਸ ਬਡੇਰੇ। ਜਿਆਦਾ ਵੀ ਕਿਤੇ ਆਪ ਦੀ ਯਾਦ ਹਿਰਦੇ ਦੇ ਅੰਦਰ ਮਾਤਾ ਜੀ ਦੇ ਨਾ ਪੈਦਾ ਹੋ ਜਾਂਦੀ ਹੈ। ਉਸੇ ਵਕਤ ਬੜਾ ਬੈਰਾਗ ਕਰਨ ਲੱਗ ਜਾਂਦੇ ਹਨ। ਬੈਠਤ ਉਠਤ ਦ੍ਰਿਗਨ ਜਲ ਗੇਰੇ। ਮਾਤਾ ਜੀ ਦੇ ਤਾਂ ਉੱਠਦਿਆਂ ਵੀ ਬਹਿੰਦਿਆਂ ਵੀ ਹਰ ਵਕਤ ਵੱਡੇ ਵੱਡੇ ਹੰਝੂ ਜਿਹੜੇ ਨੇਤਰਾਂ ਦੇ ਵਿੱਚੋਂ ਡਿੱਗਦੇ ਹੀ ਰਹਿੰਦੇ ਹਨ। ਤਿਮ ਸ਼੍ਰੀ ਗੁਜਰੀ ਬਹੁ ਦੁੱਖ ਪਾਵੈ। ਇਸੇ ਤਰ੍ਹਾਂ ਮਾਤਾ ਗੁਜਰ ਕੌਰ ਉਹ ਵੀ ਹਰ ਵਕਤ ਆਪ ਦੇ ਵੱਲੋਂ ਬੜਾ ਹੀ ਫਿਕਰਮੰਦ ਰਹਿਣ ਲੱਗ ਪਏ ਹਨ। ਤੁਮਰੀ ਦੇਸ਼ ਨਿਤ ਪ੍ਰਤ ਚਿਤ ਲਾਵੈ। ਦੋਵੇਂ ਮਾਤਾਵਾਂ ਦਾ ਜਿਹੜਾ ਚਿੱਤ ਉਹ ਹਰ ਵਕਤ ਆਪ ਦੇ ਵੱਲ ਹੀ ਲੱਗਿਆ ਰਹਿੰਦਾ ਹੈ। ਕਹਾਂ ਹੋਏ ਹੈ ਲਖੀ ਨ ਜਾਏ। ਕਿਸੇ ਨੂੰ ਇਹ ਨਹੀਂ ਪਤਾ ਲੱਗਦਾ ਵੀ ਮਹਾਰਾਜ ਨੇ ਪਤਾ ਨਹੀਂ ਕਿਹੋ ਜਿਹਾ ਭਾਣਾ ਦਿੱਲੀ ਸ਼ਹਿਰ ਦੇ ਵਿੱਚ ਜਾ ਕਰਕੇ ਵਰਤਾਉਣਾ ਹੈ। ਨਿਸ ਦਿਨ ਚਿੰਤਾ ਕਰਤ ਬਿਤਾਏ। ਦੋਵੇਂ ਮਾਤਾਵਾਂ ਦਿਨ ਰਾਤ ਚਿੰਤਾ ਕਰਦਿਆਂ ਹੋਇਆਂ ਹੀ ਬਤੀਤ ਕਰ ਰਹੀਆਂ ਹਨ। ਸਾਹਿਬਜ਼ਾਦਾ ਦੇ ਅਹਿਲਾਦ। ਆਪ ਜੀ ਦੇ ਸਾਹਿਬਜ਼ਾਦੇ ਬੜਾ ਹੀ ਮਾਤਾਵਾਂ ਨੂੰ ਦਿਲਾਸਾ ਧੀਰਜ ਦੇਣ ਦਾ ਯਤਨ ਹਰ ਵਕਤ ਕਰਦੇ ਰਹਿੰਦੇ ਹਨ। ਧੀਰ ਧਰਾਵੈ ਕਰ ਤੁਮ ਯਾਦ। ਆਪ ਜੀ ਨੂੰ ਯਾਦ ਕਰਦੇ ਹੋਇਆਂ ਫਿਰ ਵੀ ਮਾਤਾ ਜੀ ਦੇ ਮਨ ਦੇ ਅੰਦਰ ਗੋਬਿੰਦ ਰਾਏ ਜੀ ਬੜਾ ਧਰਵਾਸ ਤੇ ਬੜਾ ਦਿਲਾਸਾ ਪੈਦਾ ਕਰਨ ਵਾਸਤੇ ਉਹ ਜੇ ਬਚਨ ਵੀ ਆਪਣੀ ਰਸਨਾ ਤੋਂ ਸੁਣਾਉਂਦੇ ਰਹਿੰਦੇ ਹਨ। ਕਹਿ ਮਹਿਮਾ ਬੇਦਾਨਕ ਤੁਮਾਰੀ। ਆਪ ਦੀ ਜੜੀ ਮਹਿਮਾ ਬਾਰ ਬਾਰ ਮਾਤਾਵਾਂ ਦੇ ਪਾਸ ਵੀ ਦੱਸਦੇ ਰਹਿੰਦੇ ਹਨ। ਕਾਰਨ ਕਰਨ ਸ਼ਕਤ ਧਰ ਭਾਰੀ। ਵੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅੰਦਰ ਜਿਤਨੀਆਂ ਸ਼ਕਤੀਆਂ ਜੋ ਵੀ ਕਰਾਮਾਤਾਂ ਪਾਈਆਂ ਜਾਂਦੀਆਂ ਨੂੰ ਉਹਨੂੰ ਕਿਹੜਾ ਜਾਣ ਲਏਗਾ। ਪਰ ਫਿਰ ਵੀ ਮਹਾਰਾਜ ਨੇ ਇਹ ਸਾਰੇ ਕਾਰਨ ਔਰ ਕਾਰਜ ਆਪ ਹੀ ਰਚ ਲਏ ਹਨ। ਚਾਹੇ ਸੋ ਕਰੈ ਨ ਲੱਗੈ ਅਵਾਰੀ। ਜੇ ਹੁਣ ਸਤਿਗੁਰੂ ਜੀ ਚਾਹਣ ਇੱਕ ਛਿੰਦੇ ਵਿੱਚ ਹੀ ਉਹਨਾਂ ਦੀ ਜੇਲ੍ਹ ਦੇ ਵਿੱਚੋਂ ਛੁੱਟ ਕਰਕੇ ਬਾਹਰ ਆ ਸਕਦੇ ਹਨ। ਆਪੇ ਰਚੀ ਵਾਰਤਾ ਸਾਰੀ। ਜੋ ਬਾਦਸ਼ਾਹ ਔਰੰਗਜ਼ੇਬ ਦੀ ਕੈਦ ਦੇ ਅੰਦਰ ਜਾਣ ਦੀ ਵਾਰਤਾ ਜੋ ਵੀ ਸਤਿਗੁਰੂ ਜੀ ਨੇ ਖਿਆਲ ਤਾਂ ਆਪ ਹੀ
ਖੁਦ ਵਰਤੌਣੀ ਕੀਤੀ ਹੈ, ਤਉ ਅਦਕ ਬਿਰਲਾ ਪਹਿ ਮਾਈ। ਪਰ ਫਿਰ ਵੀ ਦੋਵੇਂ ਮਾਤਾਵਾਂ ਆਪ ਦੇ ਵਿਜੋਗ ਦੇ ਵਿੱਚ ਹਰ ਵਕਤ ਬੜਾ ਬਿਰਲਾਪ ਕਰਦੀਆਂ ਰਹਿੰਦੀਆਂ ਹਨ। ਸਾਸ ਨੁਖਾ ਹਵੈ ਕੈ ਇਕ ਥਾਈ। ਜਦੋਂ ਵੀ ਕਿਤੇ ਸੱਸ ਤੇ ਨੂੰ ਇਕੱਠੀਆਂ ਹੋ ਕਰਕੇ ਬੈਠ ਜਾਂਦੀਆਂ ਹਨ, ਤਿਨ ਕੇ ਧੀਰ ਧਰਾਵਨ ਕਾਰਨ। ਉਹਨਾਂ ਦੇ ਮਨ ਦੇ ਅੰਦਰ ਬੜਾ ਧੀਰਜ, ਬੜਾ ਦਿਲਾਸਾ ਪੈਦਾ ਕਰਨ ਵਾਸਤੇ ਤੁਮਰੇ ਸੁਤ ਮੋਹਿ ਕੀਨ ਹਕਾਰਨ। ਸੱਚੇ ਪਾਤਸ਼ਾਹ ਵੀ ਆਪ ਦੇ ਸਾਹਿਬਜ਼ਾਦੇ ਨੇ ਮੈਨੂੰ ਇਹ ਵਿਸ਼ੇਸ਼ ਤੌਰ ਤੇ ਹਦਾਇਤ ਕਰਦੇ ਹੋਏ ਇੱਥੇ ਦਿੱਲੀ ਸ਼ਹਿਰ ਦੇ ਵੱਲ ਭੇਜਿਆ ਸੀ। ਦਾਦੀ ਅਰ ਨਿਜ ਮਾਤ ਸੁਨਾਏ। ਇਹ ਜਿਹੜਾ ਸੰਦੇਸ਼ ਹੈ ਜਦੋਂ ਮੈਂ ਜਾ ਕਰਕੇ ਮਾਤਾ ਨਾਨਕੀ ਔਰ ਆਪ ਜੀ ਦੇ ਮਹਿਲਾਂ ਨੂੰ ਦੱਸਣੇ ਹਨ। ਕਹਿਓ ਕਿ ਲੀਜਹਿ ਸੁਧ ਮੰਗਵਾਏ। ਉਸ ਵਕਤ ਮਾਤਾ ਨਾਨਕੀ ਜੀ ਔਰ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਵੀ ਤੁਸੀਂ ਕਿਸੇ ਪ੍ਰੇਮੀ ਗੁਰਸਿੱਖ ਨੂੰ ਭੇਜ ਕਰਕੇ ਪਤਾ ਤਾਂ ਮੰਗਾ ਲਓ। ਸਤਿਗੁਰੂ ਜੀ ਨੇ ਐਸੇ ਕੌਤਕ ਕਿਉਂ ਵਰਤਾਉਣੇ ਕੀਤੇ ਹਨ, ਆਪਾਂ ਨੂੰ ਵੀ ਫਿਰ ਪਤਾ ਲੱਗ ਜਾਣਾ ਹੈ। ਜਥਾ ਕਹਿ ਪਿਤ ਤਥਾ ਸੁਨੀਜਹਿ। ਵੀ ਜੈਸ ਪ੍ਰਕਾਰ ਸਾਡੇ ਗੁਰੂ ਪਿਤਾ ਨੇ ਬਚਨ ਕਹੇ ਤੇ ਉਸੇ ਤਰ੍ਹਾਂ ਸਾਡੇ ਪਾਸ ਆ ਕਰਕੇ ਦੱਸ ਦੇਣੇ ਹਨ। ਤਰੋ ਪ੍ਰਤੀਤ ਨਾ ਚਿੰਤਾ ਕੀਜਹਿ। ਸਤਿਗੁਰੂ ਜੀ ਕਹਿ ਲਗੇ ਵੀ ਇਹ ਜਿਹੜੇ ਸਨੇਹ ਖਾਸ ਤੌਰ ਤੇ ਸਾਡੇ ਵੱਲੋਂ ਪਰਿਵਾਰ ਨੂੰ ਤੈਂ ਜਾ ਕਰਕੇ ਦੱਸ ਦੇਣੇ ਹਨ। ਜੋ ਕ੍ਰਿਤ ਆਪ ਕਰਨ ਕੋ ਗਏ। ਹੁਣ ਸਤਿਗੁਰੂ ਜੀ ਤਾਂ ਇਹ ਖੇਲ ਵਰਤਾਉਣ ਵਾਸਤੇ ਆਪ ਹੀ ਦਿੱਲੀ ਸ਼ਹਿਰ ਦੇ ਵਿੱਚ ਪਹੁੰਚੇ ਹਨ। ਕੌਣ ਹਟਾਏ ਸਕੈ ਸੋ ਥੀਏ। ਹੁਣ ਜਿਹੜੀ ਖੇਲ ਜਿਹੜੇ ਕੌਤਕ ਮਹਾਰਾਜ ਨੇ ਵਰਤਾਉਣੇ ਨੇ ਉਹਨਾਂ ਨੂੰ ਤਾਂ ਹੁਣ ਕੋਈ ਰੋਕਣ ਵਾਲਾ ਦੁਨੀਆ ਦੇ ਵਿੱਚ ਨਜ਼ਰ ਨਹੀਂ ਆਉਂਦਾ ਹੈ। ਕਹਿਓ ਮੋਹਿ ਸਤਿਗੁਰ ਕੇ ਹਾਥ। ਇਸ ਗੁਰ ਸਿੱਖ ਨੇ ਦੋਵੇਂ ਹੱਥ ਜੋੜ ਕਰਕੇ ਆਪਣੇ ਵੱਲੋਂ ਬੇਨਤੀ ਕੀਤੀ ਵੀ ਤੈਂ ਸਤਿਗੁਰੂ ਜੀ ਦੇ ਤੋਂ ਇੱਕ ਜਿਹੜੀ ਚਿੱਠੀ ਪੱਤਰ ਕਾ ਆਪ ਲਿਖਵਾ ਕਰਕੇ ਲਿਆਉਣੀ ਹੈ। ਕਰੋ ਲਿਖਾਵਨ ਹੈ ਜਿਮ ਗਾਥ। ਜਮੈ ਜਮੈ ਸਤਿਗੁਰੂ ਜੀ ਨੇ ਇਹੋ ਜਿਹੇ ਕੌਤਕ ਵਰਤਾਉਣੇ ਹਨ, ਪੜ੍ਹਨ ਦੇ ਨਾਲ ਸਾਡੇ ਮਨ ਦੇ ਵਿੱਚ ਵੀ ਹੈ ਯਕੀਨ ਭਰੋਸਾ ਪੈਦਾ ਹੋ ਜਾਣਾ ਹੈ। ਆਨ ਦਿਖਾਵੇ ਸੁਨ ਹੈ ਜਬੈ। ਜਦੋਂ ਤੈਂ ਮਹਾਰਾਜ ਦੀ ਲਿਖੀ ਹੋਈ ਨਾ ਚਿੱਠੀ ਪੱਤਰਕਾ ਸਾਨੂੰ ਸਾਰਿਆਂ ਨੂੰ ਇੱਥੇ ਅਨੰਦਪੁਰ ਦੇ ਵਿੱਚ ਆ ਕਰਕੇ ਇੱਕ ਵਾਰੀ ਦਿਖਾ ਦੇਣੀ ਹੈ। ਧੀਰ ਧਰਹਿ ਦੁਖ ਪਰ ਹਰ ਸਬੈ। ਉਹ ਸਮੇਂ ਬਿਰਧ ਮਾਤਾ ਔਰ ਮਾਤਾ ਗੁਜਰ ਕੌਰ ਜੀ ਦੇ ਮਨ ਦੇ ਅੰਦਰ ਥੋੜਾ ਬਹੁਤਾ ਜ਼ਰੂਰ ਧੀਰਜ ਜਾਂ ਦਿਲਾਸਾ ਪੈਦਾ ਹੋ ਜਾਣਾ ਹੈ। ਇਸ ਕਾਰਨ ਤੇ ਮੈਂ ਚੱਲ ਆਇਓ। ਇਹ ਜਿਹੜਾ ਗੁਰ ਸਿੱਖ ਕਹਿ ਲੱਗਿਆ ਗਰੀਬਨ ਵਾਸ ਸੱਚੇ ਪਾਤਸ਼ਾਹ ਮੈਂ ਤਾਂ ਇਸ ਮਨੋਰਥ ਦੇ ਲਈ ਆਪਦੇ ਪਾਸ ਬੜੀ ਦੂਰੋਂ ਚੱਲ ਕਰਕੇ ਪਹੁੰਚਿਆ ਹਾਂ। ਸੁਧ ਰਾਵਰ ਕੀ ਚਾਹਤ ਪਾਇਓ। ਹੁਣ ਆਪ ਦੀ ਜਿਹੜੀ ਖਬਰ ਸਾਰਾ ਹੀ ਪਰਿਵਾਰ ਕੰਨਾਂ ਦੇ ਨਾਲ ਸੁਣਨੀ ਚਾਹੁੰਦਾ ਹੈ। ਸਿੱਖ ਸੰਗਤ ਅਰ ਬ੍ਰਿੰਦ ਮਸੰਦ। ਜਿਹੜੀਆਂ ਸੰਗਤਾਂ ਆਨੰਦਪੁਰ ਦੇ ਵਿੱਚ ਰਹਿਣ ਵਾਲੀਆਂ ਇਸੇ ਤਰ੍ਹਾਂ ਵੱਡੇ ਵੱਡੇ ਸੰਤ ਜੋ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਣ ਵਾਲੇ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਜਿਹੜੀ ਚਿੰਤਾ, ਇਹ ਜਿਹੜਾ ਫਿਕਰ ਬੜਾ ਵਧਿਆ ਹੋਇਆ ਹੈ। ਤੁਮ ਦਿਸ਼ ਤੇ ਸਭ ਚਿੰਤ ਬਿਲੰਦ। ਆਪ ਦੇ ਵੱਲੋਂ ਤਾਂ ਸਾਰੀਆਂ ਸੰਗਤਾਂ ਗੁਰ ਸਿੱਖ ਬੜੇ ਫਿਕਰਮੰਦ ਹੋ ਚੁੱਕੇ ਹਨ। ਮਿਲੇ ਪਰਸ ਪਰ ਧਰੈ ਬਿਖਾਦਾ। ਸਾਰੇ ਹੀ ਮਿਲ ਕਰਕੇ ਮਨ ਦੇ ਅੰਦਰ ਬੜੀ ਪੀੜਾ ਤੇ ਬੜਾ ਦੁੱਖ ਵੀ ਧਾਰਨ ਕਰ ਰਹੇ ਹਨ। ਅਵਰੰਗ ਕੂਰ ਕਰਿਓ ਵੱਡ ਬਾਦਾ। ਵੀ ਬਾਦਸ਼ਾਹ ਔਰੰਗਜ਼ੇਬ ਦੇ ਸੁਭਾਅ ਨੂੰ ਤਾਂ ਸਾਰੇ ਹਿੰਦੁਸਤਾਨ ਦੇ ਲੋਕ
ਜਾਣ ਗਏ ਹਨ ਵੀ ਬੜਾ ਦੁਸ਼ਟ ਹੈ, ਬੜਾ ਪਾਪੀ ਹੈ, ਬੜਾ ਹੀ ਜ਼ਾਲਮ ਬਣ ਚੁੱਕਿਆ ਹੈ। ਬਿਨਾ ਮਿਲੇ ਸਭ ਕੇ ਚੱਲ ਆਏ। ਆਪ ਸਾਰੇ ਪਰਿਵਾਰ ਨੂੰ ਬਿਨਾ ਮਿਲੇ ਤੋਂ ਹੀ ਇਸ ਦਿੱਲੀ ਸ਼ਹਿਰ ਦੇ ਵਿੱਚ ਜਿਹੜੀ ਹੈ ਬਾਦਸ਼ਾਹ ਔਰੰਗਜ਼ੇਬ ਦੀ ਕੈਦ ਉਹਦੇ ਅੰਦਰ ਨਜ਼ਰਬੰਦ ਹੋ ਚੁੱਕੇ ਹੋ। ਕਵੀ ਜੀ ਨੇ ਭਾਵੇਂ ਇੱਥੇ ਥੋੜ੍ਹਾ ਜਿਹਾ ਇਤਿਹਾਸ ਦੇ ਵਿੱਚ ਫਰਕ ਪਾ ਕਰਕੇ ਲਿਖਿਆ ਹੋਇਆ ਹੈ, ਪਰ ਜਿਹੜੇ ਹੋਰ ਗੁਰੂ ਘਰ ਦੇ ਬਹੁਤ ਵੱਡੇ ਵੱਡੇ ਮਹਾਨ ਵਿਦਵਾਨ ਕਹਿ ਲਓ, ਲਿਖਾਰੀ ਕਹਿ ਲਓ, ਉਹਨਾਂ ਨੇ ਇਹ ਵਾਰਤਾ ਆਪਣੇ ਵੱਲੋਂ ਸਾਰਿਆਂ ਨੇ ਲਿਖੀ ਹੋਈ ਹੈ ਵੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਜਦੋਂ ਇਹ ਕਸ਼ਮੀਰੀ ਪੰਡਤ ਚੱਲ ਕਰਕੇ ਆਨੰਦਪੁਰ ਦੇ ਵਿੱਚ ਪਹੁੰਚੇ ਸਨ, ਉਹ ਸਮੇਂ ਗੋਬਿੰਦ ਰਾਏ ਜੀ ਤਕਰੀਬਨ 9 ਸਾਲ ਦੇ ਹੋਏ ਸਨ। ਦੇਖਿਆ ਵੀ ਸਾਡੇ ਗੁਰੂ ਪਿਤਾ ਬੜੇ ਗੰਭੀਰ, ਬੜੇ ਉਦਾਸ ਹੋ ਕਰਕੇ ਬੈਠੇ ਹਨ, ਪਤਾ ਨਹੀਂ ਕੀ ਕਾਰਨ ਵਰਤ ਗਏ ਹੈ। ਪੁੱਛਣ ਲੱਗੇ ਸੱਚੇ ਪਾਤਸ਼ਾਹ ਗਰੀਬ ਨਵਾਜ਼, ਅੱਜ ਤੱਕ ਮੈਂ ਤੁਹਾਨੂੰ ਕਦੇ ਵੀ ਆਪਣੀਆਂ ਅੱਖਾਂ ਦੇ ਨਾਲ ਇਤਨੇ ਗੰਭੀਰ ਤੇ ਇਤਨੇ ਉਦਾਸ ਕਦੇ ਵੀ ਨਹੀਂ ਤੱਕਿਆ। ਸੁਣ ਕਰਕੇ ਬੈਰਾਗ ਦੀ ਮੂਰਤ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਬੇਟਾ ਤੈਨਾਂ ਗੱਲਾਂ ਤੋਂ ਲੈਣਾ ਕੀ ਹੈ? ਤੁਸੀਂ ਜਾ ਕਰਕੇ ਆਪਣੇ ਬਾਲਕਿਆਂ ਦੇ ਨਾਲ ਖੇਡਣਾ ਕਰੋ। ਇਹ ਤਾਂ ਬਹੁਤ ਵੱਡਾ ਇੱਕ ਗੰਭੀਰ ਮਸਲਾ ਬਣ ਚੁੱਕਿਆ ਹੈ। ਗੋਬਿੰਦ ਰਾਏ ਜੀ ਕਹਿਣ ਲੱਗੇ, ਨਹੀਂ ਗੁਰੂ ਪਿਤਾ ਜੀ ਦੱਸੋ ਜ਼ਰੂਰ ਕੀ ਗੱਲ ਹੋ ਗਈ? ਅੱਜ ਆਪ ਬੜੇ ਗੰਭੀਰ ਤੇ ਬੜੇ ਉਦਾਸ ਹੋ ਕਰਕੇ ਬੈਠੇ ਹੋ। ਉਸ ਸਮੇਂ ਫਿਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਕਸ਼ਮੀਰੀ ਪੰਡਤਾਂ ਦੀ ਵਾਰਤਾ ਵੀ ਦੱਸੀ ਵੀ ਜਿਵੇਂ ਜਿਵੇਂ ਔਰੰਗਜ਼ੇਬ ਨੇ ਵੱਡੇ ਵੱਡੇ ਸੂਬਿਆਂ ਦੇ ਪਾਸ ਆਪਣੇ ਪਰਵਾਨੇ ਵੀ ਲੈ ਕਰਕੇ ਭੇਜ ਦਿੱਤੇ ਸਨ ਵੀ ਇਹਨਾਂ ਹਿੰਦੂਆਂ ਨੂੰ ਜਿਵੇਂ ਕਿਵੇਂ ਵੀ ਹੋ ਸਕਦਾ ਹੈ ਆਪਣੀ ਸ਼ਰ੍ਹਾ ਦੇ ਵਿੱਚ ਲਿਆਉਣਾ। ਇਹ ਵਿਚਾਰੇ ਆਪਣੇ ਧਰਮ ਨੂੰ ਬਚਾਉਣ ਦੇ ਲਈ ਸਾਡੇ ਪਾਸ ਕਸ਼ਮੀਰ ਦੇ ਇਲਾਕੇ ਦੇ ਵਿੱਚੋਂ ਪਹੁੰਚੇ ਹਨ। ਸਤਿਗੁਰੂ ਜੀ ਕਹਿਣ ਲੱਗੇ, ਬੇਟਾ ਵੀ ਇਹਨਾਂ ਦੇ ਧਰਮ ਦਾ ਬਚਾਅ ਤਾਂ ਹੋ ਸਕਦਾ ਹੈ, ਕੋਈ ਇਹੋ ਜਿਹਾ ਮਹਾਨ ਮਹਾਂਪੁਰਖ ਆਪਣਾ ਸੀਸ ਕੁਰਬਾਨ ਕਰੇ ਤਾਂ ਇਹਨਾਂ ਦੇ ਧਰਮ ਦਾ ਬਚਾਅ ਹੋ ਜਾਊ, ਨਹੀਂ ਤਾਂ ਫਿਰ ਜ਼ਾਲਮ ਪਾਪੀ ਦੁਸ਼ਟ ਨੇ ਇਹਨਾਂ ਦੇ ਧਰਮ ਦਾ ਸਤਿਆਨਾਸ਼ ਹੀ ਕਰ ਦੇਣਾ ਹੈ। ਸੁਣ ਕਰਕੇ ਗੋਬਿੰਦ ਰਾਏ ਜੀ ਕਹਿਣ ਲੱਗੇ, ਮਹਾਰਾਜ ਆਪ ਤੋਂ ਬਗੈਰ ਦੁਨੀਆ ਦੇ ਵਿੱਚ ਕਿਹੜਾ ਵੱਡਾ ਮਹਾਂਪੁਰਖ ਹੋ ਸਕਦਾ ਹੈ? ਉਹ ਸਮੇਂ ਇਹ ਜਿਹੜੇ ਬਚਨ ਵਿਲਾਸ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੇ ਸਾਹਿਬਜ਼ਾਦੇ ਦੇ ਨਾਲ ਕੀਤੇ ਸੀ। ਮਾਤਾ ਨਾਨਕੀ, ਮਾਤਾ ਗੁਜਰ ਕੌਰ ਜੀ ਵੀ ਉਸ ਸਮੇਂ ਮਹਾਰਾਜ ਦੇ ਪਾਸ ਹਾਜ਼ਰ ਸਨ, ਪਰ ਇੱਥੇ ਕਵੀ ਜੀ ਨੇ ਥੋੜ੍ਹਾ ਜਿਹਾ ਫਰਕ ਪਾ ਕਰਕੇ ਲਿਖਿਆ ਹੋਇਆ ਹੈ। ਬਹੁਤ ਬੇਸੂਰਤ ਸਿੱਖ ਸਮੁਦਾਏ। ਇਹ ਜਿਹੜਾ ਗੁਰਮੁਖ ਬੇਨਤੀ ਕਰਨ ਲੱਗਿਆ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਥਾਂ ਪਰ ਥਾਂ ਸਾਰੇ ਜਿਹੜੇ ਗੁਰ ਸਿੱਖ ਮਨ ਦੇ ਅੰਦਰ ਬਹੁਤ ਵੱਡਾ ਝੋਰਾ ਤਾਰਨ ਕਰੀ ਬੈਠੇ ਹਨ ਵੀ ਪਤਾ ਨਹੀਂ ਕਿਉਂ ਜੀ ਸਤਿਗੁਰੂ ਜੀ ਨੇ ਉੱਥੇ ਖੇਲ ਵਰਤਾਉਣੀ ਹੈ। ਸੁਨ ਕਰ ਸਭ ਹਿਨ ਕੀਰ ਬਿਰਤੰਤਾ। ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਾਂ ਸਰਬੱਗ ਨੇ ਅੰਤਰਜਾਮੀ ਨੇ ਪਤਾ ਹੀ ਹੈ ਵੀ ਇਹਨਾਂ ਦੇ ਮਨ ਦੇ ਅੰਦਰ ਕਿਤਨਾ ਦੁੱਖ ਤੇ ਕਿਤਨੀ ਜਿਹੜੀ ਹੈ ਤਕਲੀਫ ਸਾਰਿਆਂ ਦੇ ਅੰਦਰ ਪੈਦਾ ਹੋ ਚੁੱਕੀ ਹੈ। ਲੇ ਕਾਗਦ ਕਰ ਮੈਂ ਭਗਵੰਤਾ। ਭਗਵਾਨ ਦਾ ਰੂਪ
ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਫਿਰ ਇੱਕ ਕਾਗਜ਼ ਆਪਣੇ ਹੱਥਾਂ ਦੇ ਵਿੱਚ ਪਕੜਿਆ ਸੀ। ਕਲਮ ਦਾਨ ਕੋ ਤਬ ਮੰਗਵਾਇਓ। ਜਿਹੜਾ ਸੀ ਜੈਲ ਦਰੋਗਾ ਉਹਦੇ ਪਾਸੋਂ ਇੱਕ ਕਲਮਦਾਨ ਵੀ ਮਹਾਰਾਜ ਨੇ ਮੰਗਵਾ ਲਿਆ ਹੈ। ਜਮਾਦਾਰ ਕੋ ਨਰ ਲੈ ਆਇਓ। ਉਸੇ ਵਕਤ ਜਮਾਦਾਰ ਨੇ ਆਪਣਾ ਨੌਕਰ ਭੇਜ ਦਿੱਤਾ ਵੀ ਤੈ ਮਹਾਰਾਜ ਦੇ ਪਾਸ ਕਾਗਜ਼ ਵੀ ਸਿਆਹੀ ਸਾਰਾ ਸਮਾਨ ਲਿਆ ਕਰਕੇ ਹਾਜ਼ਰ ਕਰ ਦੇਣਾ ਹੈ। ਸਭ ਸੰਗਤ ਪ੍ਰਤ ਲਿਖ ਉਪਦੇਸ਼ੂ। ਸਤਿਗੁਰੂ ਜੀ ਆ ਸਮੇਂ ਸਾਰੀਆਂ ਸੰਗਤਾਂ ਦੇ ਪ੍ਰਤੀ ਇਹ ਜਿਹੜੇ ਭੋਗ ਦੇ ਸ਼ਲੋਕ ਰੋਜ਼ਾਨਾ ਪੜ੍ਹੇ ਜਾਂਦੇ ਹਨ। ਜਦੋਂ ਵੀ ਕਿਸੇ ਦੇ ਘਰ ਦੇ ਵਿੱਚ ਰੱਬੀ ਬਾਣੀ ਦਾ ਜਾਪ ਰਖਵਾਇਆ ਜਾਵੇ, ਚਾਹੇ ਸ੍ਰੀ ਸਹਿਜ ਪਾਠ ਹੈ, ਚਾਹੇ ਸ੍ਰੀ ਅਖੰਡ ਪਾਠ ਸਾਹਿਬ ਹੈ, ਜਿਨ੍ਹਾਂ ਨੂੰ ਆਪਾਂ ਸਾਰੇ ਆਮ ਤੌਰ 'ਤੇ ਭੋਗ ਦੇ ਸ਼ਲੋਕ ਵੀ ਕਹਿ ਦਿੰਦੇ ਹਾਂ। ਸਤਿਗੁਰੂ ਜੀ ਨੇ ਜਿਹੜੇ ਸ਼ਬਦ ਉਹ ਸਮੇਂ ਸੰਗਤਾਂ ਦੇ ਮਨ ਦੇ ਵਿੱਚ ਬੜਾ ਹੌਸਲਾ ਧੀਰਜ ਪੈਦਾ ਕਰਨ ਦੇ ਲਈ ਲਿਖਣੇ ਸ਼ੁਰੂ ਕੀਤੇ ਸਨ। ਕਰੇ ਸ਼ਲੋਕ ਵਿਰਾਗ ਵਿਸ਼ੇਸ਼ੂ। ਮਹਾਰਾਜ ਨੇ ਸਾਰੇ ਸ਼ਲੋਕ ਬੜੇ ਬੈਰਾਗਮਈ ਉਚਾਰਨ ਕੀਤੇ ਸਨ। ਜੋ ਨਰ ਹੋਏ ਜਿਸ ਕੇ ਅਧਿਕਾਰੀ। ਬੇ ਜੋ ਵੀ ਜਗਿਆਸੂ ਕਿਸੇ ਵਚਨ ਜਾਂ ਕਿਸੇ ਸ਼ਲੋਕ ਦਾ ਅਧਿਕਾਰੀ ਹੋਏਗਾ, ਸੋ ਮਨ ਹੈ ਮਸੀਖ ਹਮਾਰੀ। ਉਸ ਨੇ ਇਹਨਾਂ ਵਚਨਾਂ ਨੂੰ ਪੜ੍ਹ ਕੇ ਆਪਣੇ ਆਪ ਹੀ ਸਾਡਾ ਜਿਹੜਾ ਉਪਦੇਸ਼, ਸਾਡੀ ਜਿਹੜੀ ਸਿੱਖਿਆ ਆਪਣੇ ਮਨ ਦੇ ਅੰਦਰ ਧਾਰਨ ਕਰ ਲੈਣੀ ਹੈ। ਸੁਖ ਪ੍ਰਾਪਤ ਜੁਗ ਲੋਕ ਮਝਾਰੀ। ਜਿਨ੍ਹਾਂ ਨੇ ਵਚਨ ਮੰਨ ਲਏ ਉਹਨਾਂ ਨੂੰ ਫਿਰ ਦੋਵੇਂ ਲੋਕਾਂ ਦੇ ਵਿੱਚ ਹੀ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ। ਲਿਖੇ ਸ਼ਲੋਕ ਸੋ ਕਰਤ ਉਚਾਰੀ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਉਹ ਸਮੇਂ ਜਿਹੜੇ ਭੋਗ ਦੇ ਸ਼ਲੋਕ ਕਾਗਜ਼ ਦੇ ਉੱਪਰ ਲਿਖਣੇ ਸ਼ੁਰੂ ਕਰ ਦਿੱਤੇ ਸਨ। ਸ੍ਰੀ ਮੁਖ ਵਾਕ ਸ਼ਲੋਕ ਮਹੱਲਾ ਨੌਵਾਂ। ਜੋ ਸਤਿਗੁਰੂ ਜੀ ਨੇ ਸ਼ਲੋਕ ਮਹੱਲਾ ਨਾਮਾ ਆਪਣੀ ਰਸਨਾ ਤੋਂ ਜੋ ਵੀ ਹੈ ਪ੍ਰਵਚਨ ਉਸ ਵਕਤ ਉਚਾਰਨ ਕੀਤੇ ਸਨ। ਗੁਣ ਗੋਬਿੰਦ ਗਾਇਓ ਨਹੀਂ। ਗੁਣ ਗੋਬਿੰਦ ਗਾਇਓ ਨਹੀਂ, ਪਹਿਲਾ ਹੀ ਸ਼ਲੋਕ ਵੀ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਔਰ ਪਰਮਾਤਮਾ ਦੇ ਗੁਣਾਂ ਦਾ ਗਾਇਨ ਹੀ ਨਹੀਂ ਕੀਤਾ। ਗੁਣ ਗੋਬਿੰਦ ਗਾਇਓ ਨਹੀਂ। ਜਨਮ ਕਾਰਤ ਕੀਨ। ਉਹਨਾਂ ਜਗਿਆਸੂਆਂ ਨੇ, ਉਹਨਾਂ ਪ੍ਰਾਣੀਆਂ ਨੇ ਤਾਂ ਆਪਣਾ ਜਿਹੜਾ ਇਹ ਮਨੁੱਖਾ ਜਨਮ ਹੈ ਮੈਂ ਵਿਅਰਥ ਗਵਾ ਲਿਆ। ਗੁਣ ਗੋਬਿੰਦ ਗਾਇਆ ਨਹੀਂ। ਜਨਮ ਕਾਰਤ ਕੀਨ ਨਾਨਕ ਪੌਜਲ ਪਾਰ ਪਰੈ। ਜੋ ਗਾਵੇ ਪ੍ਰਭ ਕੈ ਗੀਤ। ਤੇ ਜਿਹੜੇ ਗੌਰਵ ਸਿੱਖ ਜਿਹੜੇ ਵੀ ਜਗਿਆਸੂ ਪਰਮਾਤਮਾ ਦੇ ਗੁਣਾਂ ਦਾ ਗਾਇਨ ਆਪਣੀ ਰਸਨਾ ਤੋਂ ਵੀ ਕਰਨ ਲੱਗ ਜਾਂਦੇ ਹਨ। ਨਾਨਕ ਪੌਜਲ ਪਾਰ ਪਰੈ। ਜੋ ਗਾਵੇ ਪ੍ਰਭ ਕੇ ਗੀਤ, ਉਹ ਤਾਂ ਫਿਰ ਸੋਤੇ ਸਦ। ਜਿਵੇਂ ਨਾ ਗਊ ਦੀ ਜਿਹੜੀ ਪੈੜ ਪਾਰ ਕਰਨੀ ਬੜੀ ਸੌਖੀ ਹੁੰਦੀ ਹੈ, ਕੋਈ ਜ਼ਿਆਦਾ ਉਦਮ ਜਾਂ ਪ੍ਰਸ਼ਾਰਤ ਕਰਨ ਦੀ ਲੋੜ ਪੈਣੀ ਨਹੀਂ, ਨਿੱਕੀ ਜਿਹੀ ਹੁੰਦੀ ਹੈ। ਗਊ ਦੇ ਖੁਰ ਦੀ ਜਿਹੜੀ ਪੈੜ ਹੈ, ਇਸੇ ਤਰ੍ਹਾਂ ਉਹ ਜਿਹੜੇ ਅਧਿਕਾਰੀ ਜਗਿਆਸੂ ਇਸ ਸੰਸਾਰ ਸਾਗਰ ਨੂੰ ਵੀ ਸੋਤੇ ਸਿੱਧ ਪਾਰ ਕਰ ਲੈਂਦੇ ਹਨ। ਗੁਣ ਗੋਬਿੰਦ ਗਾਇਓ ਨਹੀਂ। ਪਰ ਜਿਨ੍ਹਾਂ ਨੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬਚਨਾਂ ਦੀ ਕਦੇ ਕਮਾਈ ਕੀਤੀ ਨਹੀਂ, ਨਾ ਭਗਵਾਨ ਦੇ ਗੁਣਾਂ ਦਾ ਕੋਈ ਜਵਾਨ ਤੋਂ ਗਾਇਨ ਨਹੀਂ ਕੀਤਾ ਹੈ। ਜਨਮ ਅਕਾਰਥ ਕੀਨ। ਜਨਮ ਅਕਾਰਥ ਕੀਨ। ਉਹਨਾਂ ਦਾ ਜਿਹੜਾ ਮਨੁੱਖਾ ਜਨਮ ਤਾਰਨ ਕੀਤਾ ਹੋਇਆ ਐਵੇਂ ਹੀ ਬਿਅਰਥ ਲੰਘ ਜਾਏਗਾ। ਆਵਨ ਆਏ ਸ੍ਰੇਸ਼ਟ ਮੈਂ। ਉਹਨਾਂ ਦੀ ਹਾਲਤ ਵੀ ਸਤਿਗੁਰੂ ਜੀ ਨੇ ਥਾਂ ਥਾਂ 'ਤੇ ਉਚਾਰਨ ਕੀਤੀ ਹੈ।
ਜਿਹੜੇ ਭਜਨ ਪਾਠ ਸੇਵਾ ਔਰ ਭਗਤੀ ਤੋਂ ਬਿਲਕੁਲ ਹੀ ਹੀਣੇ ਮਨੁੱਖ ਰਹਿ ਜਾਂਦੇ ਹਨ। ਆਵਨ ਆਏ ਸ੍ਰਿਸ਼ਟ ਮੈਂ, ਭਾਵੇਂ ਪੈਦਾ ਤਾਂ ਜ਼ਰੂਰ ਹੋ ਗਏ ਨੇ ਇਸ ਮਾਤ ਲੋ ਦੀ ਧਰਤੀ ਦੇ ਉੱਪਰ, ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਢੋਰ। ਉਹਨਾਂ ਪ੍ਰਾਣੀਆਂ ਨੂੰ ਤਾਂ ਸਤਿਗੁਰੂ ਜੀ ਨੇ ਢੋਰ ਔਰ ਪਸ਼ੂਆਂ ਦੇ ਸਮਾਨ ਦੱਸਿਆ, ਬਿਨ ਬੂਝੇ ਪਸ ਢੋਰ ਨਾਨਕ ਗੁਰਮੁਖ ਸੋਭਜੈ, ਜਾਗੈ ਭਾਗ ਮਥੋਰ। ਪਰ ਜਿਨ੍ਹਾਂ ਦੇ ਮੱਥੇ ਦੇ ਕੋਈ ਬਹੁਤ ਚੰਗੇ ਭਾਗ ਜਾਗ ਪਏ ਹਨ, ਨਾਨਕ ਗੁਰਮੁਖ ਸੋਭਜੈ। ਸਤਿਗੁਰੂ ਜੀ ਦੇ ਬਚਨਾਂ ਦੀ ਸੋਝੀ ਪੈਂਦੀ ਕਿਹਨੂੰ ਹੈ? ਜਿਨ੍ਹਾਂ ਉੱਤਮ ਕਰਮਾਂ ਵਾਲਿਆਂ ਦੇ ਉੱਪਰ ਕਿਤੇ ਪ੍ਰਭੂ ਦੀ ਕਿਰਪਾ ਰਹਿਮਤ ਹੋ ਜਾਏ। ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੈ ਪਸ ਢੋਰ, ਨਾਨਕ ਗੁਰਮੁਖ ਸੋਭਜੈ, ਜਾਗੈ ਭਾਗ ਮਥੋਰ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਉਪਦੇਸ਼ ਨੂੰ ਜੋ ਹੈ ਸਤਿਗੁਰੂ ਜੀ ਦੀ ਸਿੱਖਿਆ, ਉਹਨੂੰ ਤਾਂ ਫਿਰ ਵੱਡੇ ਭਾਗਾਂ ਵਾਲਾ ਹੀ ਕਮਾ ਸਕਦੇ ਹਨ। ਕਹੋ ਨਾਨਕ ਹਰ ਭਜ ਮਨਾ, ਕਹੋ ਨਾਨਕ ਹਰ ਭਜ ਮਨਾ। ਆਪਣੇ ਮਨ ਦੇ ਵੱਲ ਸੰਬੋਧਨ ਕਰਦਿਆਂ ਹੋਇਆ ਸਤਿਗੁਰੂ ਜੀ ਨੇ ਸਮਝਾਇਆ ਆਪਣੇ ਗੁਰ ਸਿੱਖਾਂ ਨੂੰ, ਆਪਣੇ ਪੈਰੋਕਾਰਾਂ ਨੂੰ, ਕਹੋ ਨਾਨਕ ਹਰ ਭਜ ਮਨਾ। ਐ ਮੇਰੇ ਮਨਾ, ਤੂੰ ਵੀ ਇਸ ਢੰਗ ਤਰੀਕੇ ਦੁਆਰਾ ਉਸ ਭਗਵਾਨ ਦੀ ਭਗਤੀ ਜਦੋਂ ਵੀ ਕਿਤੇ ਪ੍ਰਭੂ ਦੀ ਬੰਦਗੀ ਕਰਨ ਲੱਗ ਜਾਏਗਾ। ਜਿਹ ਬਿਦ ਜਲ ਕੋ ਮੀਨ, ਜੈ ਵਿਦ ਜਲ ਕੋ ਮੇਨ। ਜਿਵੇਂ ਕਹਿੰਦੇ ਆ ਜਿਹੜੀ ਮੱਛੀ ਪਾਣੀ ਤੋਂ ਬਿਨਾਂ ਦੇ ਲੋ ਇੱਕ ਪਲ ਵੀ ਉਹਨੂੰ ਜਿਉਣਾ ਕਿਤਨਾ ਮੁਸ਼ਕਲ ਹੋ ਜਾਂਦਾ ਹੈ। ਮੱਛੀ ਨੂੰ ਪਾਣੀ 'ਚੋਂ ਬਾਹਰ ਕੱਢਿਆ ਨਹੀਂ, ਉਸੇ ਵਕਤ ਮੇਨ ਪਕੜ ਫਾਕੇ ਔਰ ਕਾਟਿਓ, ਰਾਂਦ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਵਿਸਰਿਓ ਪਾਣੀ। ਕਿਹੋ ਜੀ ਪ੍ਰੀਤੀ ਮੱਛੀ ਨੇ ਪਾਣੀ ਦੇ ਨਾਲ ਧਾਰਨ ਕੀਤੀ ਹੁੰਦੀ ਹੈ। ਜਿਹੜੇ ਮੱਛੀਆਂ ਪਕੜਨ ਵਾਲੇ ਉਹਦੇ ਭਾਵੇਂ ਟੁਕੜੇ ਟੁਕੜੇ ਵੀ ਵੱਢ ਕਰਕੇ ਕਰ ਦਿੰਦੇ ਹਨ। ਫਿਰ ਉਹਨੂੰ ਅੱਗ ਦੇ ਉੱਪਰ ਆ ਕਰਕੇ ਮੱਛੀ ਦਾ ਜਿਹੜਾ ਮਾਸ ਪਕਾਇਆ ਵੀ ਜਾਂਦਾ ਹੈ। ਪਰ ਕਹਿੰਦੇ ਜਿਹੜੇ ਨੇ ਮੱਛੀ ਦਾ ਮਾਸ ਖਾਣ ਵਾਲੇ, ਉਹਨਾਂ ਨੂੰ ਕੁਦਰਤੀ ਤੌਰ 'ਤੇ ਰਾਤ ਨੂੰ ਵੀ ਬੜੀ ਪਿਆਸ ਲੱਗਣ ਲੱਗ ਜਾਂਦੀ ਹੈ। ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਵਿਸਰਿਓ ਪਾਣੀ। ਜਿਹੜੀ ਵਿਚਾਰੀ ਭਾਵੇਂ ਟੁਕੜੇ ਟੁਕੜੇ ਹੋ ਗਈ, ਗਰਾਈਆਂ ਦੇ ਰੂਪ ਦੇ ਵਿੱਚ ਅੰਦਰ ਵੀ ਚਲੀ ਗਈ ਹੈ। ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਵਿਸਰਿਓ ਪਾਣੀ। ਪਰ ਫਿਰ ਵੀ ਮੱਛੀ ਦੀ ਜਿਹੜੀ ਪ੍ਰੀਤੀ ਪਾਣੀ ਦੇ ਨਾਲੋਂ ਘਟਦੀ ਨਹੀਂ। ਮੱਛੀ ਖਾਣ ਵਾਲਿਆਂ ਨੂੰ ਰਾਤ ਦੇ ਟਾਈਮ ਬੜੀ ਪਿਆਸ ਲੱਗਦੀ ਹੈ, ਉੱਠ ਕਰਕੇ ਉਹ ਕਈ ਦਫਾ ਫਿਰ ਪਾਣੀ ਵੀ ਪੀਂਦੇ ਹਨ। ਕਹੋ ਨਾਨਕ ਹਰ ਭਜ ਮਨਾ, ਜੇ ਵਿਦ ਜਲ ਕੋ ਮੇਨ। ਪਰ ਜਿਹੜੇ ਨੇ ਰੱਬ ਦੇ ਪਿਆਰੇ ਮਹਾਂਪੁਰਖ ਬੰਦਗੀ ਦੇ ਵਿੱਚ ਭਿੱਜੀਆਂ ਹੋਈਆਂ ਜਿਹੜੀਆਂ ਰੂਹਾਂ, ਉਹਨਾਂ ਦੀ ਵੀ ਅਵਸਥਾ ਐਸੀ ਹੋ ਜਾਂਦੀ ਹੈ। ਆਖਾ ਜੀਵਾ ਬਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਇਹ ਬਚਨ ਆਸਾ ਰਾਗ ਦੇ ਵਿੱਚ ਆਪਣੀ ਰਸਨਾ ਤੋਂ ਕਹਿ ਦਿੱਤੇ ਹਨ। ਚੌਪਈ ਇਤਿਆਦਿਕ ਸਭ ਲਿਖੇ ਸ਼ਲੋਕ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਜਿਹੜੇ ਪਹਿਲੇ ਇੱਕ ਤੋਂ ਲੈ ਕਰਕੇ 49 ਸ਼ਲੋਕ, ਇਹ ਸਾਰੇ ਹੀ ਸੰਗਤਾਂ ਔਰ ਗੁਰ ਸਿੱਖਾਂ ਦੇ ਪ੍ਰਤੀ ਉਚਾਰਨ ਕੀਤੇ ਸਨ। ਪਾਠ ਹਰ ਭਜੋ ਤਜੋ ਸਭ ਸ਼ੋਕ। ਗੁਰ ਸਿੱਖਾਂ ਨੂੰ ਮਹਾਰਾਜ ਨੇ ਉਪਦੇਸ਼ ਬਖਸ਼ਿਆ, ਬਿਨਾਂ ਸ਼ਲੋਕਾਂ ਨੂੰ
ਇਹਨਾਂ ਬਚਨਾਂ ਨੂੰ ਪੜ੍ਹ ਕਰਕੇ ਤੁਸੀਂ ਵੀ ਆਪਣੇ ਮਨਾਂ ਦੇ ਵਿੱਚੋਂ ਜਿਹੜਾ ਸ਼ੋਕ ਹੈ, ਜਿਹੜੀ ਚਿੰਤਾ ਹੈ, ਉਹ ਦੂਰ ਕਰ ਦੇਣੀ ਹੈ। ਸਭ ਸਿੱਖਿਆਨ ਪ੍ਰਤ ਲਿਖੇ ਬਨਾਏ। ਸਤਿਗੁਰੂ ਜੀ ਨੇ ਪਹਿਲੇ ਜਿਹੜੇ 49 ਸ਼ਲੋਕ ਸਾਰੇ ਗੁਰਸਿੱਖਾਂ ਦੇ ਪ੍ਰਤੀ ਮਹਾਰਾਜ ਨੇ ਉਸ ਕਾਗਜ਼ ਦੇ ਉੱਪਰ ਲਿਖਣਾ ਕੀਤੇ ਸਨ। ਸਿਮਰੋ ਨਾਮ ਸੋ ਚਿੰਤ ਵੀ ਮਿਟਾਏ। ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ, ਜਿਹੜੇ ਜਿਹੜੇ ਬੰਦਗੀ ਦੇ ਵਿੱਚ ਜੁੜ ਜਾਣਗੇ, ਉਹਨਾਂ ਦੇ ਮਨ ਦੀ ਜਿਹੜੀ ਚਿੰਤਾ ਹੈ, ਹਿਰਦੇ ਦਾ ਚੋਰਾ ਸਾਰਾ ਹੀ ਨਾਸ ਹੋ ਜਾਣਾ ਹੈ। ਪੁੰਨ ਮਾਤਾ ਪ੍ਰਤ ਲਿਖਿਓ ਸ਼ਲੋਕ। ਉਹ ਤੋਂ ਅੱਗੇ 50ਵਾਂ 51ਵਾਂ ਤੇ 52ਵਾਂ ਇਹ 3 ਸ਼ਲੋਕ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਬਿਰਧ ਮਾਤਾ ਨਾਨਕੀ ਜੀ ਉਹਨਾਂ ਦੇ ਪਰਥਾਏ ਜਿਵੇਂ ਵੀ ਮਹਾਰਾਜ ਨੇ ਉਚਾਰਨ ਕਰਨੇ ਹਨ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜਾ ਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਪੁੰਨ ਮਾਤਾ ਪ੍ਰਤ ਲਿਖਿਓ ਸ਼ਲੋਕ। ਸੁਨ ਕਰ ਲਿਓ ਸ਼ੋਕ ਕੋ ਰੋਕ। ਪੁੰਨ ਮਾਤਾ ਪ੍ਰਤ ਲਿਖਿਓ ਸ਼ਲੋਕ। ਸੁਨ ਕਰ ਲਿਓ ਸ਼ੋਕ ਕੋ ਰੋਕ। ਏ ਚੌਥੇ ਪਾਰ ਬ੍ਰਹਮ ਅਬਨਾਸੀ ਅਗਨਾਸ।